ਬਿਸਮਿਲ੍ਲਾ ਰਹਿਮਾਨ ਰਹੀਮ ਤੇ ਅਸਲਾਮ ਵਾਲੇਕਮ। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਅਸੀਂ ਕੋਈ 4-5 ਗੱਲਾਂ ਦੇ ਉੱਤੇ ਚਾਨਣ ਪਾਉਣਾ ਹੈ। ਜਿਹੜੀ ਪਹਿਲੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਹੈ ਨਵਾਜ਼ ਸ਼ਰੀਫ ਤੇ ਪੰਜਾਬ ਦੇ ਤੰਦੂਰ। ਹਾਂਜੀ, ਇਹ ਤੁਸੀਂ ਵੇਖਿਆ ਹੋਏਗਾ ਵੀ ਪੂਰੇ ਪੰਜਾਬ 'ਚ ਤੰਦੂਰਾਂ ਵਾਲਿਆਂ ਦੀ ਸ਼ਾਮਤ ਆਈ ਤਾਂ ਉਹਨਾਂ ਦੇ ਪਿੱਛੇ ਪੁਲਿਸ ਵੀ ਚੜ੍ਹ ਗਈ ਹੈ ਤੇ ਇੰਤਜ਼ਾਮੀਆਂ ਵੀ ਚੜ੍ਹ ਗਈ। ਕਿਤੇ ਏਸੀ ਤੇ ਕਿਤੇ ਡੀਸੀ ਤੇ ਕਿਤੇ ਕਮਿਸ਼ਨਰ ਸਾਰੇ ਤੰਦੂਰਾਂ ਵੱਲ ਨੂੰ ਭੱਜੇ ਫਿਰਦੇ ਨੇ। ਪੂਰੇ ਪੰਜਾਬ 'ਚ ਇਹ ਹਾਲ ਹੈ, ਪਰ ਲਾਹੌਰ ਦੇ ਵਿੱਚ ਤੇ ਖਾਸ ਕਰ ਹਾਲ ਹੈ। ਇਹ ਜਿਸ ਵੇਲੇ ਅਸੀਂ ਖਬਰ ਵੇਖੀ ਤੇ ਸਾਡੀ ਇੱਕ ਟੀਮ ਹੈ ਜਿਹੜੀ ਇਕੱਠੀ ਕੰਮ ਕਰਦੀ ਹੈ, ਅਸੀਂ ਕੋਈ 10-12 ਬੰਦੇ ਹਾਂ। ਜਿਹੜਾ ਤੁਹਾਡੇ ਸਾਹਮਣੇ ਉਰਦੂ ਤੇ ਪੰਜਾਬੀ ਵੀਲੌਗ ਲਿਆਉਣੇ ਮੇਰੇ ਇਕੱਲੇ ਦਾ ਕੰਮ ਤੇ ਨਹੀਂ ਨਾ। ਮੈਂ ਤਾਂ ਇੱਥੇ ਬੈਠਾ ਇਹ ਸਾਰੀਆਂ ਖਬਰਾਂ ਨਹੀਂ ਇਕੱਠੀਆਂ ਕਰ ਸਕਦਾ, ਤੇ ਇਹ ਕੋਈ 12 ਬੰਦਿਆਂ ਦੀ ਟੀਮ ਹੈ। ਤੇ ਸਾਡਾ ਇੱਕ ਰਿਪੋਰਟਰ ਹੈ ਗਰਾਊਂਡ ਦੇ ਉੱਤੇ, ਤੇ ਉਹਨੇ ਖਬਰ ਫਾਈਲ ਕੀਤੀ। ਆਪਣੇ ਆਪ ਨੂੰ ਸਾਡਾ ਸੱਜਣ ਅਮੀਨ ਸਾਡਾ ਟੀਮ ਮੈਂਬਰ ਹੈ, ਇਨਵੈਸਟੀਗੇਟਿਵ ਰਿਪੋਰਟਿੰਗ ਦਾ ਚੈਂਪੀਅਨ ਆਂਦਾ ਉਹ। ਸਾਡਾ ਜਿਹੜਾ ਦੂਸਰਾ ਬੰਦਾ ਜਿਹੜਾ ਖਬਰਾਂ ਵੇਖਦਾ ਹੈ ਮੇਰੇ ਤੋਂ ਪਹਿਲਾਂ, ਉਹਨੇ ਉਹ ਖਬਰ ਉਹਦੀ ਭਾਈ ਜੀ ਰਿਜੈਕਟ ਕਰ ਦਿੱਤੀ। ਉਹਨੇ ਕਿਹਾ ਜੀ ਨਹੀਂ, ਖਬਰ ਬਣਦੀ ਨਹੀਂ। ਉਹਨੇ ਲੜਾਈ ਕਰ ਲਈ। ਉਹਨੇ ਕਿਹਾ ਤੁਸੀਂ ਮੈਨੂੰ ਇਨਵੈਸਟੀਗੇਟਿਵ ਜਰਨਲਿਸਟ ਨਹੀਂ ਸਮਝਦੇ, ਮੈਂ ਤੁਹਾਨੂੰ ਅਸਲ ਗੱਲ ਕੱਢ ਕੇ ਲਿਆ ਕੇ ਦਿੱਤੀ ਹੈ ਵੀ ਤੰਦੂਰਾਂ ਵਾਲਿਆਂ ਦੇ ਮਗਰ ਲੱਗ ਕਿਉਂ ਗਏ ਨੇ ਸਾਰੇ, ਇਹ ਪਿੱਛੇ ਕਿਉਂ ਪੈ ਗਏ ਨੇ। ਬਾਜੀ ਆਪ ਅੱਪੜ ਗਈ ਤੰਦੂਰਾਂ ਦੇ ਉੱਤੇ, ਐਸੀ ਸ਼ਾਮਤ ਆਈ ਹੈ। ਖੈਰ ਉਹ ਫਿਰ ਮੈਨੂੰ ਉਹਨਾਂ ਵਿੱਚ ਮੀਟਿੰਗ ਦੇ ਸੱਦਿਆ, ਆਨਲਾਈਨ ਮੀਟਿੰਗ ਸੀ। ਉਹਦੇ ਜਿਸ ਵੇਲੇ ਮੈਂ ਉਹਦੀ ਗੱਲ ਪੂਰੀ ਸੁਣੀ ਤੇ ਉਹਨੇ ਆਖਿਆ ਜੀ ਜੇ ਹਸਨ ਅਯੂਬ ਵਰਗੇ ਬੰਦੇ ਨੂੰ ਤੁਸੀਂ ਸਾਫੀ ਆਖ ਸਕਦੇ ਹੋ ਤੇ ਮੈਂ ਸਾਫੀ ਨਹੀਂ, ਮੇਰੀ ਰਿਪੋਰਟ ਦਿੰਦਿਆਂ ਤੁਹਾਨੂੰ ਮੌਤ ਪੈਂਦੀ ਹੈ। ਦਿਓ ਮੇਰੀ ਰਿਪੋਰਟ, ਪਬਲਿਕ ਨੂੰ ਫੈਸਲਾ ਕਰਨ ਦਿਓ। ਤੇ ਇਹ ਸਾਡੀ ਮਰਜ਼ੀ ਦੇ ਖਿਲਾਫ ਹੁਣ ਜਿਹੜਾ ਨਾ ਜਨਾਬ ਤੁਹਾਡੇ ਸਾਹਮਣੇ ਰਿਪੋਰਟ ਰੱਖਣ ਡਏ ਆ, ਤੇ ਤੁਸੀਂ ਕਮੈਂਟਸ ਕਰਕੇ ਸਾਨੂੰ ਦੱਸਣਾ ਵੀ ਇਹ ਸਾਡਾ ਨੁਮਾਇੰਦਾ ਹੈ, ਸਾਡਾ ਸੱਜਣ ਹੈ, ਸਾਡੇ ਨਾਲ ਕੰਮ ਕਰਦਾ ਹੈ, ਇਨਵੈਸਟੀਗੇਟਿਵ ਜਰਨਲਿਸਟ। ਨਾ ਤੁਹਾਨੂੰ ਨਹੀਂ ਦੱਸ ਸਕਦੇ, ਫਿਰ ਚੱਕ ਲਓ ਹੋ ਜਾਂਦਾ। ਤੁਹਾਨੂੰ ਪਤਾ ਇਹਦੀ ਇਹ ਸਟੋਰੀ ਜਿਹੜੀ ਇਹਨੇ ਫਾਈਲ ਕੀਤੀ ਹੈ ਵਾਕਈ ਇਨਵੈਸਟੀਗੇਟਿਵ ਜਰਨਲਿਜ਼ਮ ਤੇ ਪੂਰੀ ਉਤਰਦੀ ਹੈ ਕਿ ਨਹੀਂ। ਉਹਨਾਂ ਸਟੋਰੀ ਇਹ ਫਾਈਲ ਕੀਤੀ ਹੈ ਕਿ ਭਾਈ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਥੋੜ੍ਹੇ ਦਿਨ ਪਹਿਲਾਂ, ਈਦ ਤੋਂ 2 ਦਿਨ ਪਹਿਲਾਂ 4 ਦਿਨ ਪਹਿਲਾਂ, ਸਾਡੀ ਬਾਜੀ ਮਰੀਮ ਨਵਾਜ਼ ਤੇ ਉਹਨਾਂ ਦਾ ਚਾਚਾ ਸ਼ਹਿਬਾਜ਼ ਸ਼ਰੀਫ, ਉਹ ਦੋਵੇਂ ਚਾਚਾ ਭਤੀਜੀ ਜਿਹੜੇ ਨੇ ਉਹ ਉਮਰਾ ਕਰਨ ਵਾਸਤੇ ਸਾਊਦੀ ਅਰਬ ਗਏ ਸਨ। ਤੇ ਉਹ ਨਵਾਜ਼ ਸ਼ਰੀਫ ਸਾਹਿਬ ਨੂੰ ਪਿੱਛੋਂ ਘਰ ਛੱਡ ਗਏ। ਅਯਾਣੇ ਜਿੰਨੇ ਵੀ ਨੇ ਸ਼ਰੀਫ ਫੈਮਿਲੀ ਦੇ, ਉਹ ਸਾਰੇ ਲੰਦਨ ਸਨ, ਉਹਨਾਂ ਉੱਥੇ ਈਦ ਕੀਤੀ ਬਹੁਤਿਆਂ ਨੇ। ਭਾ ਸਫਦਰ ਜਿਹੜਾ ਸੀ ਉਹ ਮਾਨਸੇਰੇ ਵਾਲੇ ਪਾਸੇ ਨੂੰ ਸਿਰ ਦੇ ਗਿਆ। ਨਵਾਜ਼ ਸ਼ਰੀਫ ਸਾਹਿਬ ਨੇ ਉਹਨੂੰ ਬੜਾ ਡੱਕਿਆ ਵੀ ਕਾਕਾ ਤੂੰ ਰੁਕ ਜਾ, ਵੀ ਨਾ ਸਾਡੀ ਭੈਣ ਜਿਹੜੀ ਹੈ ਮਰੀਮ ਸਾਹਿਬਾ, ਨਾ ਉਹ ਇੱਥੇ ਹੈ, ਨਾ ਮੇਰਾ ਮਤਲਬ ਹੈ ਕਿ ਸ਼ਹਿਬਾਜ਼ ਇੱਥੇ ਹੈ, ਤੇ ਇਹ ਤੂੰ ਰੁਕ ਜਾ, ਕੁਝ ਮੇਰਾ ਦਿਲ ਆਰੇ ਲੱਗਾ ਰਹੇਗਾ, ਮੈਂ ਇੱਥੇ ਇਕੱਲਾ ਕੀ ਕਰਾਂਗਾ। ਹੁਣ ਸਾਡੀ ਸਟੋਰੀ ਇਹ ਹੈ ਵੀ ਜਨਾਬੇ ਵਾਲਾ ਨਵਾਜ਼ ਸ਼ਰੀਫ ਸਾਹਿਬ ਜਿਹੜੇ ਨਾ, ਉਹਨਾਂ ਨੂੰ ਇਹਨਾਂ ਇਕੱਲਾ ਛੱਡ ਦਿੱਤਾ ਤੇ ਭਾ ਸਫਦਰ ਵੀ ਨਹੀਂ ਰੁਕਿਆ। ਉਹ ਗੁੱਸਾ ਹੀ ਬੜਾ ਇਹਨਾਂ ਦੇ ਨਾਲ। ਉਹਨੂੰ ਮੈਂ ਦੱਸਿਆ ਨਹੀਂ ਉਹਨਾਂ ਤੁਹਾਨੂੰ ਪਿਛਲੇ ਦਿਨਾਂ 'ਚ ਮੈਂ ਕਿ ਉਹ ਆਂਦਾ ਵੀ ਇਮਰਾਨ ਖਾਨ ਦੀਆਂ ਜੇਲ੍ਹ 'ਚ ਮੌਜਾਂ, ਮੈਨੂੰ ਜੇਲ੍ਹ ਹੀ ਘੱਲ ਦਿਓ ਤੇ ਦੇਸੀ ਕੁੱਕੜ ਤੇ ਲੱਭਦਾ। ਉਹ ਭਾ ਨੂੰ ਸਿਆਲਾਂ 'ਚ ਸਾਗ ਖਵਾ ਕੇ ਤੇ ਭਾ ਦੇ ਕੰਨਾਂ 'ਚ ਹੁਣ ਹਰਾ ਰੰਗ ਨਿਕਲਣਾ ਸ਼ੁਰੂ ਹੋ ਗਿਆ। ਭਾ ਲੋਕਾਂ ਦੇ ਵਾਲ ਜਿਹੜੇ ਨਾ ਕਾਲੇ ਰੰਗ ਦੇ ਉੱਗਦੇ ਨੇ, ਭਾ ਸਫਦਰ ਦੇ ਵਾਲ ਵੀ ਹੁਣ ਹਰੇ ਰੰਗ ਦੇ ਉੱਗਣ ਡਏ ਨੇ। ਇੰਨਾ ਸਾਗ ਖਵਾ ਚੜਿਆ। ਫਰੀ 'ਚ ਲੱਭਦਾ ਨਾ ਉੱਥੇ ਲਾਗੇ ਚਾਗੇ, ਪਿੰਡਾਂ ਵਾਲਿਆਂ ਦੇ ਕੋਲੋਂ ਤੁੜਾ ਕੇ ਫਰੀ 'ਚ ਲੈ ਜਾਂਦੇ, ਭਾ ਨੂੰ ਸਾਗ ਹੀ ਖਵਾਈ ਜਾਂਦੇ ਨੇ। ਤੇ ਭਾ ਨੂੰ ਪਤਾ ਲੱਗਾ ਵੀ ਇਮਰਾਨ ਖਾਨ ਨੂੰ ਦੇਸੀ ਕੁੱਕੜ ਲੱਭਦਾ, ਤੇ ਉਹਨੇ ਕਿਹਾ ਵੀ ਅਸਲ ਮੌਜਾਂ ਦੇ ਜੇਲ੍ਹ 'ਚ ਨੇ, ਮੈਨੂੰ ਜੇਲੇ ਘੱਲੋ। ਬਹਰਹਾਲ ਭਾ ਗੁੱਸੇ ਹੋਇਆ, ਉਹ ਨਿਕਲ ਗਿਆ ਜਨਾਬ ਮਾਨਸੇਰੇ ਵੱਲ ਨੂੰ ਮੂੰਹ ਕਰ ਗਿਆ। ਭਾ ਹੀ ਤੇ ਬਾਜੀ ਉੱਧਰ ਚਲੀ ਗਈ। ਅਯਾਣੇ ਵੈਸੇ ਹੀ ਲੰਦਨ ਸਨ ਸਾਰੇ। ਸ਼ਹਿਬਾਜ਼ ਸ਼ਰੀਫ ਸਾਹਿਬ ਵੀ ਚਲੇ ਗਏ ਤੇ ਨਵਾਜ਼ ਸ਼ਰੀਫ ਸਾਹਿਬ ਇਕੱਲੇ ਸਨ। ਸਾਡੇ ਇਨਵੈਸਟੀਗੇਟਿਵ ਜਰਨਲਿਸਟ ਦੀ ਸਟੋਰੀ। ਹੁਣ ਤੁਸੀਂ ਪੁੱਛਦੇ ਹੋਵੋਗੇ ਇਹਦਾ ਤੰਦੂਰਾਂ ਦੇ ਨਾਲ ਕੀ ਲੈਣ ਦੇਣਾ। ਮੈਂ ਦੱਸਣਾ ਤੁਹਾਨੂੰ, ਠੰਮਰੋ ਜ਼ਰਾ, ਨਿੱਸਰ ਕੇ ਬੈਠੇ ਹੋ ਤੇ ਠੰਮਰ ਕੇ ਗੱਲ ਸੁਣੋ। ਉਹ ਹੋਇਆ ਇਸ ਤਰ੍ਹਾਂ ਕਿ ਨਵਾਜ਼ ਸ਼ਰੀਫ ਸਾਹਿਬ ਨੂੰ ਲੱਗੀ ਭੁੱਖ, ਤੇ ਬਾਜੀ ਤੁਹਾਨੂੰ ਪਤਾ ਵੀ ਬਾਜੀ ਸਾਡੀ ਕਪੱਤੀ ਤੇ ਹੈ ਨਾ, ਕਰਦੀ ਤੇ ਬਾਜੀ ਆਪਣੀਆਂ ਮਰਜ਼ੀਆਂ ਹੀ ਹੈ। ਬਾਜੀ ਨੇ ਆਖਿਆ ਵੀ ਮੀਆਂ ਸਾਹਿਬ ਘਰ ਇਕੱਲੇ ਨੇ, ਇਹਨਾਂ ਕਿਹੜਾ ਕੋਈ ਕੰਮ ਕਰਵਾਉਣਾ ਏਡਾ ਕੋਈ ਲੰਮਾ ਚੌੜਾ ਕੰਮ। ਬਾਜੀ ਨੌਕਰਾਂ ਨੂੰ ਵੀ ਛੁੱਟੀ ਦੇ ਗਈ। ਤੁਹਾਨੂੰ ਪਤਾ ਹੀ ਹੈ ਬਾਜੀ ਅੱਜ ਕੱਲ੍ਹ ਸਰਫਾ ਕਰਦੀ, ਮੂੰਹ 'ਤੇ ਵੀ 2 ਸ਼ਾਵਾਂ ਲਾਉਂਦੀ ਹੈ, ਪਤਾ ਹੀ ਹੈ ਤੁਹਾਨੂੰ। ਅਤੇ ਬਾਜੀ ਜਿਹੜੀ 800 ਦਾ ਜੋੜਾ ਪਾਉਂਦੀ, ਇਹ ਵੀ ਤੁਹਾਨੂੰ ਪਤਾ ਲੱਗ ਗਿਆ ਵੀ ਅੱਜ ਕੱਲ੍ਹ ਬਸ ਇੰਝ ਹੀ ਹੈ ਕੰਮ, ਮੰਗ ਪਿੰਨ ਕੇ ਹੀ ਨਾ, ਅਤੇ ਉਹ ਪੈਸੇ ਬਚਾਉਂਦੀ ਹੈ ਬਾਜੀ। ਬਾਜੀ ਨੇ ਨੌਕਰਾਂ ਨੂੰ ਛੁੱਟੀ ਦੇ ਦਿੱਤੀ ਅਤੇ ਸਾਲਨ ਪਕਵਾ ਕੇ, ਭਾ ਸਫਦਰ ਕੋਲੋਂ ਹੀ ਪਕਵਾਇਆ, ਹੋਰ ਕਿਤੇ ਕੋਲ ਪਕਵਾਉਣਾ ਸੀ, ਉਹ ਪਕਵਾ ਕੇ ਤੇ ਫਰਿੱਜ 'ਚ ਰੱਖ ਛੱਡਿਆ। ਉਹ ਰੋਟੀਆਂ ਉੱਥੇ ਲਿਆ ਕੇ ਰੱਖਣਾ ਭੁੱਲ ਗਏ, ਮੁਸੀਬਤ ਇਹ ਬਣੀ। ਨਵਾਜ਼ ਸ਼ਰੀਫ ਸਾਹਿਬ ਨੇ ਜਿਸ ਵੇਲੇ ਫਰਿੱਜ ਖੋਲ੍ਹੀ ਤਾਂ ਰੋਟੀਆਂ ਛੋਟੀਆਂ ਲੱਭੀਆਂ, ਅਤੇ ਉਹ ਰੋਟੀ ਹੈ ਕਿਤੇ ਨਹੀਂ ਸੀ। ਉਹਨਾਂ ਕਿਹਾ ਚਲੋ ਮੈਂ ਵਾਕ ਵੀ ਕਰ ਲਾਂਗਾ, ਇਕੱਲਾ ਬੰਦਾ ਮੈਨੂੰ ਨਾ ਵੇਖੋ ਨਾ, ਉਹਨਾਂ ਦੇ ਕੋਲ ਨਾ ਤਾਂ ਕੋਈ ਅਹੁਦਾ ਹੈ। ਜਿਹੜਾ MNA ਬਣਾਇਆ ਉਹ ਵੀ NA 130 ਦੇ ਉੱਤੇ, ਉਹ ਆਪਾਂ ਯਾਸਮੀਨ ਰਾਸ਼ਿਦ ਜਿਹੜੀ ਲੱਟ ਚੁੱਕੀ ਫਿਰਦੀ, ਉਹਨੇ ਖੋਲ੍ਹਣੀ ਹੈ ਸੀਟ। ਪਾਰਟੀ ਦਾ ਸਦਰ ਸ਼ਹਿਬਾਜ਼ ਸ਼ਰੀਫ ਆਪ ਹੈ, ਅਤੇ ਜਨਰਲ ਸੈਕਟਰੀ ਜਿਹੜਾ ਉਹ ਭਾਈ ਹੋਰੀ ਨੇ ਦੂਜੇ ਆਪਣੇ ਐਹਸਨ ਇਕਬਾਲ ਸਾਹਿਬ, ਅਤੇ ਬਾਜੀ ਕੋਲ ਸੀਟ ਹੈ ਨਾਇਬ ਸਦਰ ਦੀ। ਅਤੇ ਨਵਾਜ਼ ਸ਼ਰੀਫ ਸਾਹਿਬ ਦੇ ਕੋਲ ਤਾਂ ਕੁਝ ਵੀ ਨਹੀਂ, ਉਹ ਤਾਂ ਘਰ ਹੀ ਬਸ ਬੂਟੇ ਛੂਟੇ ਗਿਣ ਸਕਦੇ ਨੇ ਇੱਧਰ ਉੱਧਰ। ਉਹਨਾਂ ਕਿਹਾ ਚਲੋ ਮੈਂ ਵਿਹਲਾ ਹੀ ਹਾਂ ਨਾ, ਬਾਹਰ ਜਾਣਾ, ਰੋਟੀ ਲੈ ਆਉਣਾ ਉੱਥੋਂ ਕਿਤੋਂ। ਉਹ ਬਾਹਰ ਕਿਤੇ ਤੁਰੇ ਜਾਂਦੇ ਕਿਸੇ ਤੰਦੂਰ 'ਤੇ ਚਲੇ ਗਏ ਲਾਗੇ ਉੱਥੇ ਰਾਏਪਿੰਡ। ਉਹ ਤੰਦੂਰ ਵਾਲਾ ਕਿਤੇ ਮੂਰਖ ਜਿਹੜਾ ਸੀ ਨਾ, ਉਹਨੇ ਪਤਾ ਨਹੀਂ ਤੇ ਗਲਤੀ ਕੀਤੀ, ਤੇ ਪਤਾ ਨਹੀਂ ਉਹ ਇਮਰਾਨ ਖਾਨ ਦਾ ਸਪੋਰਟਰ ਸੀ ਕੋਈ, ਇਹ ਨਹੀਂ ਮੈਨੂੰ ਪਤਾ।
ਉਹਨੇ ਨਵਾਜ਼ ਸ਼ਰੀਫ ਸਾਹਿਬ ਨੇ ਰੋਟੀਆਂ ਮੰਗੀਆਂ ਤੇ ਇੱਕ ਤੇ ਉਹਨੇ ਨਵਾਜ਼ ਸ਼ਰੀਫ ਸਾਹਿਬ ਨੂੰ ਜ਼ਾਹਿਰ ਹੈ ਵੇਖਿਆ ਉਹਨੇ, ਤੇ ਇੱਕ ਤੇ ਉਹਨੇ ਪੈਸੇ ਮੰਗੇ, ਨਵਾਜ਼ ਸ਼ਰੀਫ ਸਾਹਿਬ ਕੋਲ ਪੈਸੇ ਲਏ। ਉਹ ਨਵਾਜ਼ ਸ਼ਰੀਫ ਸਾਹਿਬ ਨੇ ਟੁੱਕਰ ਪਾਣੀ ਪੈਸੇ ਦੇ ਕੇ ਖਾਣ ਦੀ ਆਦਤ ਨਹੀਂ, ਉਹ ਇੰਝ ਹੀ ਚੱਲਦਾ ਹੈ ਕੰਮ। ਇੱਕ ਤੇ ਗੁੱਸਾ ਉਹਨਾਂ ਨੂੰ ਚੜਿਆ ਵੀ ਉਹਨੇ ਪੈਸੇ ਲਏ, ਲੇਕਿਨ ਅਸਲ ਹੈ ਜਿਹੜੀ ਉਹ ਇਨਵੈਸਟੀਗੇਟਿਵ ਜਰਨਲਿਸਟ ਲੈ ਕੇ ਆਇਆ ਨਾ ਸਟੋਰੀ, ਵੀ ਅਸਲ ਰੌਲਾ ਕਿੱਥੋਂ ਬਣਿਆ, ਇਹ ਹੁਣ ਸਕਰੀਨ ਤੇ ਵੇਖੋ। ਅਸਲ ਰੌਲਾ ਇਹ ਬਣਿਆ ਜੀ, ਉਹਨੇ ਇਸ ਅਖਬਾਰ ਦੇ ਵਿੱਚ ਰੋਟੀਆਂ ਲਵੇਟ ਕੇ ਦੇ ਦਿੱਤੀਆਂ। ਉੱਥੇ ਤੇ ਨਵਾਜ਼ ਸ਼ਰੀਫ ਸਾਹਿਬ ਨੂੰ ਪਤਾ ਨਹੀਂ ਲੱਗਾ, ਉੱਥੇ ਤੇ ਗੁੱਸਾ ਇੰਨਾ ਹੀ ਸੀ ਵੀ ਉਹਨੇ ਰੁਪਈਏ ਮੰਗੇ। ਜਦੋਂ ਘਰ ਲਿਆ ਕੇ ਰੋਟੀਆਂ ਖੋਲੀਆਂ तो अगे जनाबे वाला ए अखबार निकली जिस नवाज शरीफ वजीर आजम कौम ने फैसला सुना दिया। नवाज शरीफ ने इधर उधर वेख्या भी किसी बंदे वेख तो नहीं लिया भी रोटियां ये ने भी ये हुण तंदूर वाले नूं पता है तो मैनूं पता है, उन्हें मेरे नाल शरारत की है तो उन्होंने पता है भी उन्हें ये रोटियां लवेट के दित्तियां। तो नवाज शरीफ साहब ने सब तो पहलां तो जिहड़ी अखबार है लवेट के जेब च पाई। उस तो बाद ਉਹਦਾ किते कला कमा किया भी कोई नौकर ना पढ़ ले, घर ਦੇ ਵਿੱਚ ਹੁਜਤਾਂ मारते फिरदे, सीटियां मारते फिरदे ने उत्ते घर ਦੇ ਵਿੱਚ। ਹੁਣ नौकर भी नवाज शरीफ साहब ਨੂੰ ਵਿਹਲੇ 'ਚ बैठे ने, मेरा काम कोई नहीं, तो मेरा मतलब मक्खियां उड़ाते हैं तो मारते हैं, तो इधर चले गए तो उधर चले गए, तो पौधों को पानी देता, तो इहो ਜਿਹੇ काम ही ने। ਹੁਣ ਉੱਥੇ ਕਬੂਤਰ ਵੀ ਉਡਾਉਣ ਡਏ ਸਨ, ਤਸਵੀਰ ਵੀ ਸੋਹਣੀ ਬੜੀ ਲੱਗੀ ਸੀ ਇਸ ਅਖਬਾਰ 'ਚ, ਤੁਹਾਨੂੰ ਪਤਾ ਹੈ। ਤੇ ਉਹ ਨਵਾਜ਼ ਸ਼ਰੀਫ ਸਾਹਿਬ ਨੂੰ ਲੱਗਾ ਕਿ ਯਾਰ ਇਹ ਜ਼ਿਆਦਤੀ ਕੀਤੀ, ਔਰ ਮੈਂ ਵੀ ਮੰਨਦਾ। ਇਹ ਵਾਹਿਦ ਗੱਲ ਹੈ ਜਿਹੜਾ ਮੈਂ ਇਨਵੈਸਟੀਗੇਟਿਵ ਸਟੋਰੀ ਤੁਹਾਡੇ ਸਾਹਮਣੇ ਰੱਖੀ, ਵਰਨਾ ਰੱਖਣੀ ਨਹੀਂ ਸੀ ਆਪਣੇ ਇਸ ਭਰਾ ਦੀ। ਨਵਾਜ਼ ਸ਼ਰੀਫ ਸਾਹਿਬ ਨੇ ਆਖਿਆ ਵੀ ਯਾਰ ਏਡੀ ਜ਼ਿਆਦਤੀ, ਇਸ ਬੰਦੇ ਨੇ ਮੈਨੂੰ ਬੇਇੱਜ਼ਤ ਕਰ ਦਿੱਤਾ। ਉਹ ਫਿਰ ਜਦੋਂ ਬਾਜੀ ਮਰੀਮ ਆਈ ਤੇ ਉਹਨੇ ਸਾਰੀ ਗੱਲ ਦੱਸੀ ਵੀ ਹੁਣ ਤਾਂ ਮੈਨੂੰ ਤੰਦੂਰਾਂ ਵਾਲੇ ਵੀ ਛੇੜਨ ਲੱਗ ਪਏ ਨੇ, ਉਹ ਵੀ ਇਹ ਰੋਟੀ ਇਹਦੇ 'ਚ ਲਵੇਟ ਕੇ ਦਿੰਦੇ ਨੇ। ਤੇ ਉਸ ਤੋਂ ਬਾਅਦ ਫਿਰ ਬਾਜੀ ਮਰੀਮ ਨੂੰ ਲੱਗਾ ਗੁੱਸਾ ਵੀ ਚਲੋ ਮੈਂ ਜੋ ਕਰਾਂ ਅੱਬੇ ਨਾਲ, ਇਹ ਦੂਜਿਆਂ ਦਾ ਕੀ ਕੰਮ ਹੈ। ਤੇ ਬਾਜੀ ਨੇ ਫਿਰ ਲੱਠ ਚੁੱਕ ਲਈ, ਤੇ ਹੁਣ ਤੰਦੂਰਾਂ ਵਾਲੇ ਉਹ ਭੁਗਤੋ। ਹੁਣ ਤੁਸੀਂ ਪੁੱਤਰ 20 ਦੀ 16 ਦੀ ਨਹੀਂ ਰੋਟੀ ਦਿਓਗੇ, ਹੁਣ ਤੁਹਾਡੇ ਕੋਲੋਂ ਧੱਕੇ ਨਾਲ ਹੋਰ ਵੀ ਸਸਤੀ ਲੈਣਗੇ। ਇਹਨਾਂ ਨੂੰ ਰੋਟੀ ਸਸਤੀ ਕਰਨ ਦਾ ਮਸਲਾ ਨਹੀਂ ਹੈ, ਇਹ ਦਿਓ ਹੋਰ ਅਖਬਾਰਾਂ 'ਚ ਲਵੇਟ ਕੇ ਕੰਮ। ਤੇ ਇਹ ਸੀ ਜਨਾਬ ਇਹਦੀ ਵਜ੍ਹਾ, ਇਹ ਸੀ ਇਹਦੀ ਸਟੋਰੀ। ਤੇ ਹੁਣ ਉਹਨੇ ਅਗਲੀ ਸਟੋਰੀ ਵਾਲੇ ਪਾਸੇ, ਇੱਥੇ ਜਿਹੜਾ ਪਰਨੋ ਹੀ ਲਾਲ ਹੈ, ਅਸੀਂ ਇਕੱਲੇ ਨਹੀਂ ਖਰਾਬ, ਅਸੀਂ ਇਕੱਲੇ ਨਹੀਂ ਖਰਾਬ, ਇੱਥੇ ਸਾਰੇ ਨੇ ਜਨਾਬ। ਜਦੋਂ ਹੋਏਗਾ ਹਿਸਾਬ ਉਦੋਂ ਵੇਖ ਲਾਂਗੇ। ਇਹ ਗੱਲ ਬਣੀ ਖੜੀ ਹੈ। ਪੰਜਾਬ ਦੇ ਜਿਹੜੇ ਸੂਬਾਈ ਵਜ਼ੀਰ ਨੇ ਨਾ ਜੀ, ਅਕਲੀਤੀ ਅਮੂਰ ਦੇ ਪੰਜਾਬ ਦੇ ਵਿੱਚ, ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਸਰਦਾਰ ਰਮੇਸ਼ ਸਿੰਘ, ਉਹਨਾਂ ਨਵੀਆਂ 3 ਗੱਡੀਆਂ ਕਢਾਈਆਂ। ਉਹਨਾਂ ਨੇ ਆਖਿਆ ਜੇ ਬਾਜੀ 2 ਕਰੋੜ 73 ਲੱਖ ਰੁਪਈਏ ਦੇ ਟਾਇਰ ਪਵਾ ਸਕਦੀ ਹੈ, ਤੇ ਮੈਂ ਨਹੀਂ ਖਰੀਦ ਸਕਦਾ ਨਵੀਆਂ ਗੱਡੀਆਂ। ਔਰ ਉਹਨਾਂ ਗੱਡੀਆਂ ਵੀ ਜਿਹੜੀਆਂ ਨਾ, ਉਹ ਜਿਹੜੀ ਪ੍ਰਬੰਧਕ ਕਮੇਟੀ ਹੈ ਨਾ, ਉਹਦੇ ਅਕਾਊਂਟ 'ਚੋਂ ਖਰੀਦੀਆਂ ਨੇ, ਮੁਬੈਨਾ ਤੌਰ 'ਤੇ ਸਾਡੇ ਸਾਹਮਣੇ ਖਬਰ ਆਈ ਹੈ। ਔਰ ਉਹਨਾਂ ਜਨਾਬ 3 ਗੱਡੀਆਂ ਖਰੀਦਣ ਵਾਸਤੇ ਉਹਨਾਂ ਨੇ ਪਹਿਲੀ ਟ੍ਰਾਂਜੈਕਸ਼ਨ 3 ਕਰੋੜ 36 ਲੱਖ ਤੇ 99 ਹਜ਼ਾਰ ਰੁਪਈਏ ਦੀ, ਦੂਜੀ ਟ੍ਰਾਂਜੈਕਸ਼ਨ 1 ਕਰੋੜ ਤੇ 50 ਲੱਖ ਰੁਪਈਏ ਦੀ, ਔਰ ਤੀਸਰੀ ਟ੍ਰਾਂਜੈਕਸ਼ਨ ਜਿਹੜੀ ਹੈ ਨਾ, ਉਹ ਉਹਨਾਂ ਦੇ ਪ੍ਰਾਈਵੇਟ ਸੈਕਟਰੀ ਕੋਈ ਅਲੀ ਸੁਲਤਾਨ ਭੱਟ ਸਾਹਿਬ ਨੇ ਕਰਵਾਈ ਹੈ। ਤੇ ਇਹ ਉਹਨਾਂ ਨੇ ਜਨਾਬੇ ਵਾਲਾ ਉੱਥੋਂ ਰੁਪਈਏ ਕੱਢੇ ਨੇ, ਕਰੋੜਾਂ ਰੁਪਈਏ। ਹਾਲਾਂਕਿ ਉਹਨਾਂ ਨੂੰ ਮਨਾ ਕੀਤਾ ਸੀ, ਜਿਹੜਾ ਬੋਰਡ ਸ਼ੋਰਡ ਸੀ ਇਹਨਾਂ ਦਾ, ਉਹਨਾਂ ਆਖਿਆ ਵੀ ਨਵੀਆਂ ਗੱਡੀਆਂ ਨਹੀਂ ਲੈਣੀਆਂ। ਉਹਨਾਂ ਆਖਿਆ ਕਿਉਂ ਨਹੀਂ ਲੈਣੀਆਂ। ਜਦੋਂ ਬਾਜੀ ਮਰੀਮ, ਮੈਂ ਤੁਹਾਨੂੰ ਉਰਦੂ ਵੀਲੌਗ 'ਚ ਦੱਸੀ ਹੈ ਨਵੀਂ ਸਟੋਰੀ ਕਿ ਬਾਜੀ ਹੁਣ 18 ਕਰੋੜ ਦੀ, ਦੁਬਾਰਾ ਇਹਨੂੰ ਮੈਂ ਰਿਪੋਰਟਡਲੀ ਆਖਾਂਗਾ ਕਿਉਂਕਿ ਸਾਡੇ ਸਾਹਮਣੇ ਕੋਈ ਕਾਗਜ਼ ਨਹੀਂ ਹੈ, ਸਾਨੂੰ ਅੰਦਰੋਂ ਖਬਰ ਦਿੱਤੀ ਗਈ ਹੈ ਕਿ ਬਾਜੀ 18 ਕਰੋੜ ਦੀ ਨਵੀਂ ਬੁਲਟ ਪ੍ਰੂਫ ਲੈਂਡ ਕਰੂਜ਼ਰ ਖਰੀਦਣ ਲੱਗੀ ਹੈ। 3 ਕਰੋੜ 73 ਲੱਖ ਦੇ ਟਾਇਰ ਪਵਾਏ ਨੇ। ਤੇ ਉਹ ਭਾਈ ਸਾਹਿਬ ਨੇ ਕਿਹਾ ਵੀ ਮੈਂ ਕੋਈ ਨਾ ਖਰੀਦਾਂ। ਪਰ ਦੂਜੇ ਪਾਸੇ ਵੇਖੋ ਵੀ ਉਹ ਇੱਕ ਗੱਡੀ ਆਉਣ ਲੱਗੀ ਸੀ ਮਸ਼ਾਲ ਸਾਹਿਬਾ ਵਾਸਤੇ, ਉਹ ਰੌਲਾ ਪਿਆ ਉਹਦੇ 'ਤੇ, ਉਹਨਾਂ ਨੂੰ ਵੀ ਸ਼ਾਇਦ ਨਾ ਪਤਾ ਹੋਵੇ ਮਸ਼ਾਲ ਸਾਹਿਬਾ ਨੂੰ, ਲੇਕਿਨ ਬਹਰਹਾਲ ਉੱਤੇ ਰੌਲਾ ਪਿਆ। ਤੇ ਉਹ ਅਲੀ ਅਮੀਨ ਗੰਡਾਪੁਰ ਸਾਹਿਬ ਨੇ ਡੱਕ ਛੱਡੀ, ਉਹਨਾਂ ਕਿਹਾ ਜੀ ਇਮਰਾਨ ਖਾਨ ਨੇ ਸਾਨੂੰ ਇਜਾਜ਼ਤ ਨਹੀਂ ਦੇਣੀ, ਅਸੀਂ ਗੱਡੀਆਂ ਨਹੀਂ ਖਰੀਦ ਸਕਦੇ। ਤੇ ਇਹ 2 ਸੂਬਿਆਂ ਦਾ ਤੁਸੀਂ ਆਪ ਹਿਸਾਬ ਦੇਖ ਲਓ ਵੀ ਇੱਕ ਦੇ ਵਿੱਚ ਜਿੱਥੇ ਆਵਾਮ ਦੀ ਹਕੂਮਤ ਹੈ, ਆਵਾਮ ਨੂੰ ਜਵਾਬਦੇਹ ਨੇ, ਇਮਰਾਨ ਖਾਨ ਨੂੰ ਜਵਾਬਦੇਹ ਨੇ, ਉੱਥੇ ਕੀ ਹੈ। ਤੇ ਇੱਧਰ ਸਾਰਿਆਂ ਨੇ ਅੰਨੀ ਪਾਈ। ਅੱਛਾ ਜੀ, ਅਗਲੀ ਖਬਰ, ਚੌਧਰੀ ਪਰਵੇਜ਼ ਇਲਾਹੀ ਸਾਹਿਬ ਨੂੰ ਹਸਪਤਾਲੋਂ, ਉਹਨਾਂ ਨੂੰ ਬੜੀਆਂ ਸੱਟਾਂ ਲੱਗੀਆਂ ਨੇ, ਹਾਲਤ ਉਹਨਾਂ ਦੀ ਖਰਾਬ ਹੈ, ਲੇਕਿਨ ਜ਼ਬਰਦਸਤੀ ਹਸਪਤਾਲੋਂ ਕੱਢ ਰਹੇ ਸਨ। ਤੇ ਉਹ ਫਿਰ ਜੱਜ ਸਾਹਿਬ ਨੇ ਫੈਸਲਾ ਦਿੱਤਾ ਹੈ, ਔਰ ਉਹਨਾਂ ਕਿਹਾ ਜੀ ਇਹ ਜੱਜ ਜਸਟਿਸ ਅਰਬਾਬ ਤਾਹਿਰ ਨੇ, ਉਹਨਾਂ ਨੇ ਫੈਸਲਾ ਦਿੱਤਾ। ਉਹਨਾਂ ਕਿਹਾ ਨਹੀਂ, ਇਹਨਾਂ ਨੂੰ ਹਸਪਤਾਲੋਂ ਨਹੀਂ ਲੈ ਕੇ ਜਾਣਾ ਜਦੋਂ ਤੱਕ ਠੀਕ ਨਹੀਂ ਹੁੰਦੇ। ਇਹ ਬੜਾ ਅੱਛਾ ਫੈਸਲਾ, ਜੱਜ ਸਾਹਿਬ ਬਜ਼ੁਰਗ ਨੇ ਤੇ ਉਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ, ਪਤਾ ਨਹੀਂ ਕੀ ਕਰਨ ਡਏ ਨੇ। ਅੱਛਾ ਜੀ, ਆਲੀਆ ਹਮਜ਼ਾ ਔਰ ਸਨਮ ਜਾਵੇਦ ਸਾਹਿਬਾ ਦਾ ਰਿਮਾਂਡ ਪੂਰਾ ਹੋਇਆ ਸੀ, ਉਹਨਾਂ ਨੂੰ ਸਰਗੋਧੇ ਮੀਆਂ ਵਾਲੀ ਲੈ ਕੇ ਗਏ ਸਨ। ਹੁਣ ਨਵੇਂ ਮੁਕੱਦਮੇ 'ਚ ਉਹਨਾਂ ਨੂੰ ਗ੍ਰਿਫਤਾਰ ਕਰਕੇ ਤੇ 7 ਦਿਨਾਂ ਦਾ ਜਿਹੜਾ ਰਿਮਾਂਡ ਦੇ ਦਿੱਤਾ ਜਿਸਮਾਨੀ। ਤੁਸੀਂ ਆਪ ਹਿਸਾਬ ਲਾ ਲਓ ਵੀ ਬੇਸ਼ਰਮੀ ਦਾ ਲੈਵਲ ਕੀ ਹੈ, ਵੀ ਥੱਲੇ ਨਹੀਂ ਹੋਣ ਦੇਣਾ ਕੰਮ ਕੋਈ ਵੀ। ਅੱਛਾ ਜੀ, ਪਸਰੂਰ ਦੇ ਵਿੱਚ ਇੱਕ 2.5 ਸਾਲ ਦੀ ਬੱਚੀ, ਉਹ ਗੁੰਮ ਹੋ ਗਈ ਸੀ ਈਦ ਦੇ ਉੱਤੇ। ਹੁਣ ਉਹਦੀ ਜਿਹੜੀ ਉਹਨੂੰ ਵਿਚਾਰੀ ਨੂੰ ਮਾਰ ਕੇ ਜਾਨੋਂ ਤੇ ਸੁੱਟ ਛੱਡਿਆ ਕਮਾਦਾਂ 'ਚ, ਖੇਤਾਂ 'ਚ, ਜਿੱਥੇ ਵੀ ਉੱਥੇ ਪੈਲੀਆਂ ਦੇ ਵਿੱਚ ਕਮਾਦਾਂ 'ਚ ਆਖ ਦਿੱਤਾ ਮੈਂ। ਤੇ ਉਹ ਹੁਣ ਜਦੋਂ ਰਿਪੋਰਟ ਆਈ ਤੇ ਇਹ ਵੀ ਪਤਾ ਲੱਗਦਾ ਵੀ ਉਹਦੇ ਨਾਲ ਜ਼ਿਆਦਤੀ ਵੀ ਕੀਤੀ ਬੱਚੀ ਨਾਲ। ਤੇ ਬੜੀ ਅਫਸੋਸ ਦੀ ਗੱਲ ਹੈ, 2.5 ਸਾਲ ਦੀ ਛੋਟੀ ਜਿਹੀ ਬੱਚੀ ਈਦ ਦੇ ਉੱਤੇ ਇਹ ਗੁੰਮ ਹੋਈ ਸੀ ਤੇ ਖਬਰ ਵੀ ਆਈ ਸੀ।
ਉਸ ਤੋਂ ਬਾਅਦ ਹੁਣ ਇਹ ਗੱਲ ਪਤਾ ਲੱਗੀ। ਤੇ ਆਪਣੇ ਆਲੇ ਦੁਆਲੇ ਖਿਆਲ ਰੱਖਿਆ ਕਰੋ। ਸਾਰਿਆਂ ਦੇ ਬੱਚੇ ਆਪਣੇ ਹੀ ਬੱਚੇ ਹੁੰਦੇ ਨੇ, ਉਂਝ ਹੀ ਉਹਨਾਂ ਦਾ ਖਿਆਲ ਰੱਖਿਆ ਕਰੋ ਜਿਵੇਂ ਉਹ ਤੁਹਾਡੇ ਆਪਣੇ ਬੱਚੇ ਹੋਣ। ਤੇ ਅੱਖਾਂ ਖੋਲ੍ਹ ਕੇ ਰੱਖਿਆ ਕਰੋ, ਤੇ ਆਪਣੇ ਬੱਚਿਆਂ ਦੀ ਵੀ ਹਿਫਾਜ਼ਤ ਕਰੋ, ਦੂਜਿਆਂ ਦੀ ਵੀ ਕਰੋ। ਤੇ ਇਹ ਦਰਿੰਦੇ ਫਿਰਨ ਡਏ ਨੇ, ਕੀ ਕਵਾਂ ਮੈਂ, ਇਹੀ ਕਹਿ ਸਕਦਾ, ਬੇਸ਼ਰਮ ਨੇ ਜਿਹੜੇ ਇਹੋ ਜਿਹੀਆਂ ਹਰਕਤਾਂ ਕਰਦੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਤੁਹਾਡੇ ਕੁਝ ਕਮੈਂਟ ਨੇ। ਚਿੱਠੀਆਂ ਪੱਤਰ ਤੁਹਾਨੂੰ ਪਤਾ ਮੈਨੂੰ ਇਹਦਾ ਜ਼ਿਆਦਾ ਸਵਾਦ ਆਉਂਦਾ, ਉਹ ਰੱਖਦੇ ਨੇ। ਪਹਿਲਾ ਕਮੈਂਟ ਜਨਾਬ ਸਾਡੇ ਕੋਲ ਹੈ ਜੀ, ਮੈਂ सद्दाम हुसैन लाहौर से हूँ। वो कहते हैं गिल साहब मैं एक मज़दूर इंसान है मगर अल्हम्दुलिल्लाह इमरान खान का पक्का सिपाही है। जियो शेरा। यहाँ लाहौर में PTI के जितने भी जलसे होते हैं मैं हर एक जलसे में शामिल होता हूँ। लोग मैनू कहते हैं ना जाया कर पुत्र सट लग जाएगी, लेकिन मैं कहना खान ਲਈ जान भी हाज़र है। सलाम है बई तैनू, सलाम है। इत्थे तू मजदूरी के बावजूद कोशिश कर रहा है ਆਪਣੀ ਆਵਾਜ਼ ਚੁੱਕਣ ਵਾਸਤੇ, ਖਾਨ ਵਾਸਤੇ। ਇੱਥੇ ਤੇ ਬੜੇ ਬੜੇ ਬੰਦੇ ਜਿਨ੍ਹਾਂ ਨੂੰ ਖਾਨ ਨੇ ਨਵਾਜ਼ਿਆ ਉਹ ਨਹੀਂ ਇਸ ਕੰਮ ਵਾਲੇ ਪਾਸੇ ਉਹਨਾਂ ਦੀ ਕੋਈ ਤਵੱਜੋ, ਤੇ ਤੂੰ ਕਰਨ ਡਿਆ, ਤੇਰੀ ਮਿਹਰਬਾਨੀ ਹੈ ਬਈ, ਤੈਨੂੰ ਸਲਾਮ ਹੀ ਕਹਿ ਸਕਦੇ। इरफान चौधरी साहब कहते हैं कि जी मैं और मेरी बीवी ने माई वाइफ एंड आई नाउ सपोर्ट 4 डिजर्विंग फैमिलीज़ इन पाकिस्तान। वी आल्सो फंड वाटर पंप इंस्टॉलेशन इन द पंजाब एंड सिंध एरिड एरियाज़। मे गॉड हैव मर्सी ऑन द पीपल ऑफ पाकिस्तान। तुहाडी बड़ी मेहरबानी जी। ये असी अपील जिहड़ी कीती सी भी उत्थे लोकां दे लंगर पानी का बंदोबस्त करो, टुक्कर पानी का, ਜਿਹੜੇ ਬਾਹਰ ਬੰਦੇ ਬੈਠੇ ਨੇ ਫਿਰ ਵੀ ਅਫੋਰਡ ਕਰ ਸਕਦੇ ਨੇ। ਉੱਧਰ ਤੇ ਸਫੇਦਪੋਸ਼ ਬੰਦੇ ਦਾ ਰਹਿਣਾ ਰਹਿ ਨਹੀਂ ਗਿਆ। ਇਹਨਾਂ ਆਖਿਆ ਜੀ ਅਸੀਂ ਹੁਣ ਮੈਂ ਔਰ ਮੇਰੀ ਬੀਵੀ ਨੇ ਇਹ ਸ਼ੁਰੂ ਕਰ ਦਿੱਤਾ ਹੈ ਕੰਮ, ਤੇ 4 ਫੈਮਲੀਆਂ ਨੂੰ ਅਸੀਂ ਉੱਥੇ ਰੋਟੀ ਟੁੱਕਰ ਦਾ ਇੰਤਜ਼ਾਮ ਕਰ ਰਹੇ ਹਾਂ, ਤੇ ਨਾਲ ਪਾਣੀ ਦੇ ਪੰਪ ਵੀ ਲਵਾ ਰਹੇ ਹਾਂ। ਬੜੀ ਮਿਹਰਬਾਨੀ ਜੀ, ਤੁਸੀਂ ਸਾਡੀ ਅਪੀਲ ਤੇ ਕੀਤਾ। ਮੈਂ ਜਿਹੜੇ ਦੂਜੇ ਸੁਣਦੇ ਨੇ ਨਾ ਸਾਰੇ ਵਲਾਇਤ ਤੇ ਅਮਰੀਕਾ ਤੇ ਸਾਰੇ, ਉਹਨਾਂ ਕੋਲੋਂ ਮੈਂ ਆਨਾ ਵੀ ਮਿਹਰਬਾਨੀ ਕਰੋ, ਇਹ ਕੰਮ ਕਰੋ, ਇਹ ਬੜਾ ਜ਼ਰੂਰੀ ਕੰਮ ਜੇ। ਅੱਛਾ ਜੀ, ਅਗਲੀ ਗੱਲ ਜਿਹੜੀ ਉਹ ਕਹਿੰਦੇ ਨੇ ਜੀ ਮੈਂ ਇੱਕ ਕਿਸਾਨ ਹੈ, ਟਰੈਕਟਰ ਚਲਾ ਰਿਹਾ, ਤੇ ਤੁਹਾਡਾ ਪੰਜਾਬੀ ਤੇ ਉਰਦੂ ਵੀਲੋਗ ਸੁਣਿਆ, ਟੇਪ ਨੂੰ ਮੋਬਾਈਲ ਦੇ ਨਾਲ ਕਨੈਕਟ ਕੀਤਾ। ਜੀਓ ਸ਼ੇਰਾ, ਮਤਲਬ ਉਹ ਲੀਡ ਲਾ ਕੇ ਨਾ, ਉਹ ਜਿਹੜਾ ਮੋਬਾਈਲ ਹੈ ਨਾ, ਮੋਬਾਈਲ ਇਹਦੇ ਕੋਲ, ਉਹਨੂੰ ਕਨੈਕਟ ਕੀਤਾ ਹੋਇਆ ਸਿੱਧਾ ਟਰੈਕਟਰ ਦੀ, ਟਰੈਕਟਰ ਆਉਂਦੇ ਨੇ ਅਸੀਂ ਪੰਜਾਬੀ ਵਾਲੇ, ਟਰੈਕਟਰ ਕਿੱਥੋਂ ਆਉਂਦੇ, ਟਰੈਕਟਰ ਦੀ ਜਿਹੜੀ ਟੇਪ ਹੈ ਨਾ ਉਹਦੇ ਨਾਲ ਕਨੈਕਟ ਕੀਤਾ ਸਿੱਧਾ ਹੀ। ਤੇ ਉਹਨਾਂ ਆਖਿਆ ਜੀ ਕਿ ਕਨੈਕਟ ਕਰਕੇ ਤੇ ਫਿਰ ਉੱਚੀ ਆਵਾਜ਼ ਪੂਰੇ ਪਿੰਡ ਨੂੰ ਸੁਣਾਉਂਦਾ ਹੋਏਗਾ ਨਾਲ। ਇਹ ਫਿਰ ਹਾਲ ਵੀ ਉਸ ਪਾਸੇ ਨੂੰ ਮੂੰਹ ਰੱਖ ਕੇ ਪਾਉਂਦੇ ਨੇ ਬਹੁਤਾ, ਵੀ ਜਿਹੜੇ ਜਿੱਥੋਂ ਆਵਾਜ਼ ਪਹੁੰਚੇ, ਜਿੱਥੇ ਪਹੁੰਚਾਉਣੀ ਹੁੰਦੀ ਹੈ। ਪਤਾ ਜਿਹੜੀ ਕਰਮਾਂ ਵਾਲੀ ਨੂੰ ਤੁਸੀਂ ਪਿੰਡ ਆਵਾਜ਼ ਪਹੁੰਚਾਉਣੀ ਹੁੰਦੀ ਹੈ ਅਕਰਮ ਰਾਈ ਦੇ ਗਾਣਿਆਂ ਦੀ। ਤੇ ਉਂਝ ਹੀ ਹੁਣ ਵੀਲਾ ਗਾਉਂਦਾ ਮੈਂ ਸੁਣਦਾ। ਉਹਨਾਂ ਕਿਹਾ ਬਾਕੀ ਕਿਸਾਨਾਂ ਦੀ ਜਿਹੜੀ ਕਣਕ ਹੈ, ਗੰਦਮ, ਖਾਦ, ਦਵਾਈ, ਡੀਜ਼ਲ ਤੇ ਦੂਸਰੇ ਖਰਚਿਆਂ ਬਾਰੇ ਸਾਡੀ ਨੁਮਾਇੰਦਗੀ ਕਰਨ ਦਾ ਬੜਾ ਸ਼ੁਕਰੀਆ ਬਈ। ਸਾਡੀ ਜ਼ਿੰਮੇਵਾਰੀ ਹੈ ਵੀ ਤੁਸੀਂ ਨਹੀਂ, ਅਗਰ ਤੁਸੀਂ ਖੁਸ਼ਹਾਲ ਨਹੀਂ ਹੋਗੇ ਪਾਕਿਸਤਾਨ ਭੁੱਖਾ ਮਰ ਜਾਏਗਾ ਵੀਰ ਜੀ। ਉਹਨਾਂ ਕਿਹਾ ਜੀ ਅੱਜ 4-5 ਪ੍ਰੋਗਰਾਮ ਸੁਣੇ ਨੇ, ਨਾਲ ਆਪਣਾ ਕੰਮ ਕੀਤਾ। ਹੁਣੇ ਹਿਨਾ ਭੱਟ ਸਾਹਿਬਾ ਮੈਂ ਆਖਣ ਡਿਆ, ਉਹਨਾਂ ਨੇ ਲਿਖਿਆ ਕਰੋ, ਹਰ ਧੀ ਭੈਣ ਵਾਸਤੇ ਲਿਖਿਆ ਕਰੋ। ਹਿਨਾ ਭੱਟ ਸਾਹਿਬਾ ਵਾਲਾ ਪ੍ਰੋਗਰਾਮ ਸੁਣਿਆ, ਤੇ ਹੁਣ ਮੈਂ ਭੈਂਸ 'ਚੋਂ ਦੁੱਧ ਨਿਕਾਲ ਰਿਹਾ। ਇਹ ਤੂੰ ਫਰਿੱਜ 'ਚੋਂ ਨਿਕਾਲ ਰਿਹਾ ਦੁੱਧ ਮੇਰਾ ਵੀਰਾ, ਕਿ ਇਹ ਭੈਂਸ 'ਚ ਮੱਝ ਚੋਈ ਦੀ ਹੈ ਮੇਰਾ ਵੀਰਾ, ਇਹ ਭੈਂਸ 'ਚੋਂ ਦੁੱਧ ਨਿਕਾਲ ਰਿਹਾ ਤੂੰ ਪਿੰਡ, ਕਿ ਮੇਰਾ ਮਤਲਬ ਮਸ਼ੀਨ ਹੈ ਜਿਹਨੂੰ ਦੱਬ ਕੇ ਕੱਢਣ ਡਿਆ। ਅੱਛਾ ਚੱਲ ਠੀਕ। ਤੇ ਵੀਡੀਓ ਵੀ ਦੇਖ ਰਿਹਾ, ਗਿੱਲ ਸਾਹਿਬ ਚੱਸ ਕਰਾ ਦਿੱਤੀ ਹੈ, ਵਸਦੇ ਰਹੋ। ਚਲੋ ਜੀ, ਤੁਹਾਡੀ ਚੱਸ ਆ ਗਈ ਹੈ, ਤੇ ਬਾਕੀ ਸਾਰੀਆਂ ਗੱਲਾਂ ਸਾਡਾ ਮੁਨਾਫਾ ਹੋ ਗਿਆ, ਸਾਡਾ ਕੰਮ ਪੂਰਾ ਹੋ ਗਿਆ ਜੇ ਜਨਾਬ ਨੂੰ ਚੱਸ ਆ ਗਈ। ਇਹ ਜਨਾਬ ਬੜਾ ਅਹਿਮ ਟੌਪਿਕ ਅਗਲਾ ਜਿਹੜਾ ਸਾਡਾ ਸੱਜਣ ਹੈ ਮੁਦੱਸਰ ਵੜੈਚ ਟੋਭਾ ਟੇਕ ਸਿੰਘ ਤੋਂ, ਚੁੱਕਿਆ ਨਾ ਜਾਈ ਵੀਰਾ ਕਿਤੇ ਹੁਣ। ਉਹਨਾਂ ਕਿਹਾ ਗਿੱਲ ਸਾਹਿਬ ਜ਼ਰਖੀਜ਼ ਜ਼ਮੀਨਾਂ ਤੇ ਹਾਊਸਿੰਗ ਕਲੋਨੀਆਂ ਬਣੀ ਜਾ ਰਹੀਆਂ ਨੇ, ਸਾਡੇ ਪਿੰਡ ਅਮਰੂਦਾਂ ਦਾ ਬਾਗ ਪੁੱਟ ਕੇ ਤੇ ਉੱਥੇ ਪਲਾਟ ਕੱਟ ਵੱਢ ਦਿੱਤੇ ਨੇ ਜਾਂ ਵੱਢ ਰਹੇ ਨੇ। ਇਸ ਮੁੱਦੇ ਤੇ ਚਾਨਣ ਪਾਓ ਜ਼ਰਾ, ਜੇ ਸਾਡੇ ਮੂਰਖਾਂ ਨੂੰ ਅਕਲਮਤ ਆ ਜਾਵੇ। ਤੇ ਵੇਖੋ ਨਾ, ਹਰ ਸ਼ਹਿਰ 'ਚ ਤੇ ਜਨਾਬ DHA ਡਿਫੈਂਸ ਹਾਊਸਿੰਗ ਅਥਾਰਟੀ ਤੇ ਬੈਰੀਆ ਟਾਊਨ, ਜਿਨ੍ਹਾਂ ਦਾ ਕੰਮ ਸੀ ਪਾਕਿਸਤਾਨ ਨੂੰ ਬਚਾਉਣਾ, ਉਹ ਪਲਾਟ ਕੱਟਣ 'ਤੇ ਲੱਗੇ ਨੇ। ਮਤਲਬ ਕਿ ਪਾਕਿਸਤਾਨ ਦੇ ਇਨਵਾਇਰਮੈਂਟ ਨੂੰ ਬਚਾਉਣਾ, ਇਹ ਫਸਲਾਂ ਨੂੰ ਬਚਾਉਣਾ, ਬਾਗਾਂ ਨੂੰ ਬਚਾਉਣਾ। ਮੁਲਤਾਨ 'ਚ ਵੇਖੋ ਕਿੱਡੇ ਜ਼ਬਰਦਸਤ ਅੰਬਾਂ ਦੇ ਬਾਗ ਸਨ, ਕੱਟ ਪਲਾਟ ਕੱਟ ਦਿੱਤੇ ਨੇ। ਹਰ ਥਾਂ 'ਤੇ ਜਿਹੜੀਆਂ ਜ਼ਮੀਨਾਂ ਜ਼ਰਖੇਜ਼ ਨੇ, ਇਮਰਾਨ ਖਾਨ ਨੇ ਤੇ ਕਾਨੂੰਨ ਬਣਾਇਆ ਸੀ। ਉਹਨੇ ਆਖਿਆ ਸੀ ਤਾਂ ਨੂੰ ਬਿਲਡਿੰਗਾਂ ਚੁੱਕੋ, ਜਿਵੇਂ ਚਾਈਨਾ ਨੇ ਦੂਸਰੇ ਇਲਾਕੇ ਨੇ, ਜ਼ਮੀਨਾਂ ਨਾ ਖਰਾਬ ਕਰੋ। ਇਹ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਨੇ, ਉੱਥੋਂ ਆਪਣਾ ਢਿੱਡ ਪਾਲਦੇ ਨੇ, ਪਾਕਿਸਤਾਨ ਪੂਰੇ ਨੂੰ ਰਜਾਉਂਦੇ ਨੇ। ਪਰ ਹੁਣ ਜਿਹੜੀ ਹਕੂਮਤ ਹੈ, ਹੁਣ ਤਾਂ ਤੁਹਾਨੂੰ ਪਤਾ ਹੈ ਵੀ ਉਹ ਚੋਰਾਂ ਦਾ ਕੱਪੜਾ, ਲਾਠੀਆਂ ਦੇ ਗਾਦ, ਇਹਨਾਂ ਨੂੰ ਇਸ ਗੱਲ ਨਾਲ ਕੀ। ਅੱਛਾ ਜੀ, ਇਹ ਸਾਡੀ ਭੈਣ ਹੈ ਰੁਖਸਾਨਾ ਤਾਜ ਸਾਹਿਬਾ, ਇਹਨਾਂ ਆਖਿਆ ਜੀ ਡਾਕਟਰ ਗਿੱਲ ਸਾਹਿਬ, ਆਈ ਈਗਰਲੀ ਲੁੱਕ ਫਾਰਵਰਡ ਟੂ ਯੋਰ ਪੰਜਾਬੀ ਵੀਲੌਗ, ਯੂ ਮਸਟ ਬੀ ਦ ਓਨਲੀ ਪਰਸਨ ਹੂ ਮੇਕਸ ਪੰਜਾਬੀ ਸਾਊਂਡ ਪਲੈਜ਼ੈਂਟ ਟੂ ਹੀਅਰ, ਸਰਟਨਲੀ ਨਾਟ ਅਨਕਾਊਥ, ਬੈਸਟ ਵਿਸ਼ੇਜ਼ ਫਰੋਮ UK। ਇਹਦੇ 'ਤੇ ਮੈਂ ਕਿਸੇ ਦਿਨ ਗੱਲ ਕਰਾਂਗਾ, ਮੈਨੂੰ ਬੜਾ ਵੱਟ ਹੈ ਇਸ ਗੱਲ 'ਤੇ। ਮੇਰੀ ਭੈਣ ਰੁਖਸਾਨਾ ਤਾਜ ਸਾਹਿਬਾ, ਜਿਹੜਾ ਪੰਜਾਬੀ ਨੂੰ ਇਹਨਾਂ ਨੇ ਅਨਕਾਊਥ ਬਣਾ ਦਿੱਤਾ ਹੈ। ਹਾਲਾਂਕਿ ਪੰਜਾਬੀ ਵੀ ਇੱਕ ਜ਼ੁਬਾਨ ਵਰਗੀ ਜ਼ੁਬਾਨ ਹੈ, ਕਿਸੇ ਵੀ ਜ਼ੁਬਾਨ 'ਚ ਬਦਤਮੀਜ਼ੀ ਹੋ ਸਕਦੀ ਤੇ ਕਿਸੇ ਵੀ ਜ਼ੁਬਾਨ 'ਚ ਤਮੀਜ਼ ਨਾਲ ਗੱਲ ਕੀਤੀ ਜਾ ਸਕਦੀ। ਲੇਕਿਨ ਸਾਡੀ ਪੰਜਾਬੀ ਨੂੰ ਤਾਂ ਇਹਨਾਂ ਤੁੰਨ ਕੇ ਹੀ ਰੱਖ ਦਿੱਤਾ ਨਾ, ਪੰਜਾਬੀ ਕਲਚਰ, ਪੰਜਾਬੀ ਜ਼ੁਬਾਨ, ਹਰ ਚੀਜ਼ ਨੂੰ। ਇਹ 'ਤੇ ਮੈਂ ਕਿਸੇ ਦਿਨ ਪੂਰਾ ਵੀਲੌਗ ਕਰਾਂਗਾ। ਤੇ ਤੁਹਾਡੀ ਬੜੀ ਮਿਹਰਬਾਨੀ ਆਉਂਦੀਆਂ ਨੇ ਕਿ ਮੈਂ ਬੜੀ ਖੁਆਇਸ਼ ਦੇ ਨਾਲ ਤੁਹਾਡਾ ਵੀਲੌਗ ਸੁਣਦੀ ਹਾਂ।
ਬੜਾ ਮੈਂ ਉਹਦਾ ਇੰਤਜ਼ਾਰ ਕਰਦੀ ਹਾਂ ਅਤੇ ਮੈਨੂੰ ਇਹਨੂੰ ਇਹ ਚੰਗਾ ਵੀ ਲੱਗਦਾ ਹੈ। ਅਤੇ ਤੁਸੀਂ ਜਿਸ ਤਰ੍ਹਾਂ ਬੋਲਦੇ ਹੋ ਉਹਦੇ ਨਾਲ ਲੱਗਦਾ ਵੀ ਪੰਜਾਬੀ ਬੜੀ ਮਿੱਠੀ ਜ਼ੁਬਾਨ ਹੈ। ਵੈਸੇ ਤਾਂ ਆਉਂਦੇ ਨੇ ਬੜੀ ਬਦਤਮੀਜ਼ ਜ਼ੁਬਾਨ ਹੈ। ਤੁਹਾਡੀ ਮਿਹਰਬਾਨੀ ਜੀ ਰੁਖਸਾਨਾ ਤਾਜ ਸਾਹਿਬਾ। अच्छा जी, अगला कमेंट है कि गिल साहब मैं मुल्तान से हूँ और सोच रहा कि एक वीलॉग सराइकी च अपलोड करके ਤੁਹਾਡੇ ਵੀਲੌਗ ਜਿਹੜੇ ਨੇ ਉਹਨਾਂ ਨੂੰ ਸਰਾइकी च ਪੜ੍ਹਿਆ ਕਰਾਂ, ਅਪਲੋਡ ਕਰਿਆ ਕਰਾਂ ਤੇ ਮੇਰੇ ਖਿੱਤੇ ਦੇ ਲੋਕਾਂ ਨੂੰ ਵੀ ਗੱਲ ਸਮਝ ਆਏ। ਲੇਕਿਨ ਫਿਰ ਡਰ ਲੱਗਦਾ ਵੀ ਵੀਗੋ ਵਾਲੇ ਆ ਕੇ ਸ਼ਮਾਲੀ ਇਲਾਕਾ ਜਾਤ ਨਾ ਲੈ ਜਾਣ। ਮੇਰਾ ਵੀਰ ਮੈਂ ਵੀ ਤੈਨੂੰ ਇਹੀ ਆਖਾਂਗਾ ਵੀ ਧਿਆਨ ਕਰ, ਇੱਥੇ ਆਪਣਾ ਨੰਬਰ ਛੱਡ ਦੇਈਂ ਤੇ ਕੋਈ ਬਿਲਾ ਕਰਾਂਗੇ ਵੀ ਤੇਰੇ ਕੋਲੋਂ ਫਿਰ ਜਿਹੜੀ ਨਾ ਟਰਾਂਸਲੇਸ਼ਨ ਆਵਾਜ਼ ਦੀ ਮੰਗਾ ਲਿਆ ਕਰਾਂਗੇ, ਉੱਥੋਂ ਕਿਸੇ ਨੂੰ ਕੀ ਪਤਾ ਤੇ ਥੋੜ੍ਹੀ ਜਿਹੀ ਬਦਲ ਦਿਆ ਕਰਾਂਗੇ ਆਵਾਜ਼, ਤੇ ਫਿਰ ਸਰਾइकी ਛੱਡ ਦਿਆ ਕਰਾਂਗੇ। ਜੇ ਤੂੰ ਇਹ ਕੰਮ ਕਰਨਾ ਹੈ ਤੇ ਕਮੈਂਟ ਜਿਹੜਾ ਨਾ ਉਹ ਛੱਡੀ 3-4 ਵਾਰੀ, ਕਿਉਂਕਿ ਮੇਰੀ ਟੀਮ ਫਿਰ ਉਹਦੇ ਚੋਂ ਕੱਢ ਲੇਗੀ ਕਮੈਂਟ ਤੇ ਫਿਰ ਅਸੀਂ ਕਰਾਂਗੇ। ਲਓ ਜੀ, ਫਿਰ ਰੱਬ ਰਾਖਾ।